ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਐਂਟੀਲੋਪ ਤੋਂ ਗੁਰਦੇਵ ਸਿੰਘ ਸੋਹਲ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਨਵੀਂ ਬੁੱਕ ਆਈ ਆ, ਤੇ ਇਸ ਬੁੱਕ ਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਬਾਈਡਨ ਉਹਨਾਂ ਦਾ ਇਨਰ ਸਰਕਲ ਸੀਗਾ, ਉਹਨਾਂ ਦੇ ਵਿੱਚ ਜਿਹੜਾ ਕੈਬਨਿਟ ਸੀ, ਉਹਨਾਂ ਨੇ ਹੀ ਸਾਰਾ ਕੁਝ ਕੀਤਾ ਤੇ ਬਾਈਡਨ ਨੂੰ ਜਿਹੜਾ ਦੂਰ ਹੀ ਰੱਖਿਆ ਗਿਆ। ਕਹਿੰਦੇ ਵੀ ਉਹਨਾਂ ਨੇ ਸੋਚ ਲਿਆ ਸੀ ਵੀ ਜੇ ਕਿਤੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਤੜਕੇ 2 ਵਜੇ ਉਠਾਲਣਾ ਪੈ ਜਾਏ, ਕੋਈ ਐਮਰਜੈਂਸੀ ਹੋ ਜਾਏ, ਤੇ ਇਹ ਬਾਈਡਨ ਤੋਂ ਹੋਣਾ ਕੁਛ ਨਹੀਂ ਹੈਗਾ। ਸੋ ਕਹਿੰਦੇ ਵੀ ਐਕਸੈਸ ਜਿਹੜਾ ਸੀ, ਕਾਫੀ ਕੁਝ ਡ੍ਰੌਪ ਕਰ ਦਿੱਤਾ ਗਿਆ। ਜਿਹੜੇ ਉਹਨਾਂ ਦੇ ਸੈਕਟਰੀ ਸੀ, ਉਹੀ ਵੱਖ-ਵੱਖ ਡਿਪਾਰਟਮੈਂਟਸ ਨੂੰ ਅੱਗੇ ਜਿਹੜੇ ਮੈਸੇਜ ਆ ਉਹ ਦਿੰਦੇ ਰਹਿੰਦੇ ਸੀ। ਨਵੀਂ ਬੁੱਕ ਓਰੀਜਨਲ ਸਿਨ, President Biden's decline, its cover-up and his disaster choice to run again. ਇਹ ਮਈ 20 ਨੂੰ ਰਿਲੀਜ਼ ਹੋਣ ਜਾ ਰਹੀ ਹੈ ਬੁੱਕ, ਤੇ ਮੈਨੂੰ ਲੱਗਦਾ ਇਹ ਕਾਫੀ ਪੋਪੂਲਰ ਰਹੂਗੀ। 200 ਤੋਂ ਵੱਧ ਇਹਦੇ ਵਿੱਚ ਇੰਟਰਵਿਊਜ਼ ਕੀਤੀਆਂ ਗਈਆਂ ਆ, ਜਿਹੜੇ ਖਾਸ ਕਰਕੇ ਇਨਸਾਈਡਰ ਜਿਹੜੇ ਡੈਮੋਕ੍ਰੇਟ ਸੀਗੇ, ਤੇ ਉਹ ਤੋਂ ਬਾਅਦ 2024 ਦੇ ਵਿੱਚ ਇਲੈਕਸ਼ਨ ਦੇ ਵਿੱਚ ਕੀ ਵਾਪਰਿਆ, ਇਹ ਜਿਹੜਾ ਕਿਉਂ ਜਿਹੜੀ ਆ ਡੈਮੋਕ੍ਰੇਟਸ ਲੂਜ਼ ਕਰ ਗਏ, ਸਾਰਾ ਕੁਝ ਇਸ ਬੁੱਕ ਦੇ ਵਿੱਚ ਲਿਖਿਆ ਹੈਗਾ। ਜੀ ਬਿਲਕੁਲ। ਸੋ ਜਿਹੜਾ GOP ਵਾਲੇ ਰਿਪਬਲਿਕਨਸ ਜਾਂ ਹੋਰ ਆਮ ਲੋਕ ਕਹਿੰਦੇ ਸੀਗੇ ਵੀ ਪਪਟ ਪ੍ਰੈਜ਼ੀਡੈਂਟ, ਵੀ ਇਹ ਆਪ ਖੁਦ ਕੁਛ ਨਹੀਂ ਕਰ ਰਹੇ, ਰਬੜ ਸਟੈਂਪ ਜਿਹੜਾ ਉਹਨਾਂ ਨੂੰ ਬਣਾਇਆ ਆ। ਇੱਥੋਂ ਤੱਕ ਕਿ ਇਹਨਾਂ ਦੇ ਬਹੁਤ ਸਾਰੇ ਆਰਡਰਸ ਦੇ ਉੱਤੇ ਸਾਇੰਸ ਨੂੰ ਲੈ ਕੇ ਵੀ ਜਿਹੜੀ ਆ ਚਰਚਾ ਉਹਨਾਂ ਨੇ ਛੇੜੀ ਸੀ। ਸੋ ਇਹ ਕਿਤਾਬ ਦੇ ਨਾਲ ਹੋਰ ਵੀ ਬਹੁਤ ਵੱਡੇ ਜਿਹੜੇ ਖੁਲਾਸੇ ਆ ਉਹ ਹੋ ਸਕਦੇ ਆ। ਸੋ ਇਹਨਾਂ ਨੇ ਅਖੀਰਲੇ 2 ਸਾਲਾਂ ਦੀ ਜਿਹੜੀ ਆ ਉਹ ਗੱਲ ਆਖੀ ਆ। ਤੇ ਹਰਜੋਤ ਸਿੰਘ ਜੀ, ਜੇ ਉਹਨਾਂ ਦਾ ਇਹ ਹਾਲ ਸੀਗਾ ਤਾਂ ਫਿਰ ਤੁਸੀਂ ਇਹ ਦੇਖੋ ਵੀ ਜਿਹੜੇ ਡਿਸੀਜਨਸ ਉਸ ਟਾਈਮ ਦੇ ਉੱਤੇ ਲਏ ਗਏ ਹੋਣਗੇ, ਜਾਂ ਜੋ ਕੁਛ ਉਸ ਟਾਈਮ ਦੇ ਉੱਤੇ ਵਾਪਰਿਆ, ਕੀ ਫੈਸਲੇ ਲਏ ਗਏ, ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਸਾਰਾ ਕੁਛ ਹੀ ਨਵੇਂ ਸਿਰ ਤੋਂ ਉਸ ਦੀ ਜਿਹੜੀ ਜਾਂਚ ਆ ਜਾਂ ਗੱਲਬਾਤ ਆ, ਉਹ ਚਰਚਾ ਜਿਹੜੀ ਉਹ ਛਿੜ ਜਾਣੀ ਆ। ਸੋ ਇਹਦੇ ਵਿੱਚ ਦੋਸ਼ ਦੇਣ ਨੂੰ ਕੋਈ ਨਹੀਂ, ਇਹ ਆਪ ਹੀ ਨੇ, ਇਹਨਾਂ ਨੇ ਆਪ ਹੀ ਇਹ ਸਾਰਾ ਕੁਛ ਕੀਤਾ। ਉਸ ਤੋਂ ਬਾਅਦ 'ਚ ਖੁਦ ਦੁਬਾਰਾ ਦੂਜੀ ਵਾਰੀ ਜਿਹੜਾ ਉਹ ਰਨ ਕਰਨ ਦਾ ਫੈਸਲਾ ਲੈ ਕੇ ਫਿਰ ਜਾਂਦੇ ਜਾਂਦੇ ਕਮਲਾ ਹੈਰਿਸ ਦੇ ਪੱਲੇ ਜਿਹੜੀ ਉਹ ਚੀਜ਼ ਪਾ ਗਏ ਵੀ ਭਾਈ ਹੁਣ ਚੱਲ ਬੀਬਾ ਤੂੰ ਲੜ ਲਾ, ਕਿਉਂਕਿ ਇੰਟਰਨਲੀ ਡੈਮੋਕ੍ਰੇਟਸ ਆ ਉਹ ਚਾਹੁੰਦੇ ਨਹੀਂ ਸੀਗੇ। ਸੋ ਕਾਫੀ ਵੱਡੇ ਜਿਹੜੇ ਖੁਲਾਸੇ ਮੈਨੂੰ ਲੱਗਦਾ ਇਸ ਕਿਤਾਬ ਦੇ ਵਿੱਚ ਹੋ ਸਕਦੇ ਆ। ਜਿਹੜੇ ਟੈਪਰ CNN ਦੇ ਤੇ ਐਕਸੀਅਸ ਦੇ ਜਿਹੜੇ ਐਲੈਕਸ ਥਾਮਸਨ ਆ, ਉਹਨਾਂ ਦੇ ਦੁਆਰਾ ਇਹ ਜਿਹੜੀ ਨਵੀਂ ਕਿਤਾਬ, ਜਿਹਦਾ ਨਾਮ ਤੁਸੀਂ ਓਰੀਜਨਲ ਸਿਨ ਕਰਕੇ ਜਿਹੜਾ ਉਹ ਦੱਸਿਆ ਵੀ ਉਹ ਲਿਖੀ ਗਈ ਆ। ਸੋ ਅਗਲੇ 7 ਦਿਨਾਂ 'ਚ 5-6 ਦਿਨਾਂ ਦੇ ਵਿੱਚ ਰਿਲੀਜ਼ ਹੋਣੀ ਆ 20 ਤਰੀਕ ਨੂੰ, ਤੇ ਉਹ ਸਾਰਾ ਕੁਛ ਇਹ ਦੇਖਣ ਵਾਲੀ ਗੱਲ ਰਹੇਗੀ। ਉਹਨਾਂ ਨੇ ਇਹ ਵੀ ਤੱਕ ਲਿਖਿਆ ਹਰਜੋਤ ਸਿੰਘ ਜੀ ਵੀ 2024 ਦੇ ਇੱਕ ਫੰਡ ਰੇਜ਼ਰ ਦੇ ਵਿੱਚ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਮੂਵੀ ਸਟਾਰ ਜਾਰਜ ਕਲੂਨੀ ਜਿਹੜਾ ਕਾਫੀ ਮਸ਼ਹੂਰ ਆ, ਉਸ ਨੂੰ ਉਹ ਰੈਕੋਗਨਾਈਜ਼ ਹੀ ਨਹੀਂ ਕਰ ਸਕੇ, ਉਸ ਨੂੰ ਉਹ ਪਛਾਣ ਹੀ ਜਿਹੜਾ ਉਹ ਨਹੀਂ ਸਕੇ। ਸੋ ਇਹ ਜਿੱਦਾਂ ਤੁਸੀਂ ਦੱਸਿਆ ਵੀ 200 ਤੋਂ ਵੱਧ ਜਿਹੜੀਆਂ ਇੰਟਰਵਿਊਜ਼ ਤੋਂ ਇਹਨਾਂ ਨੇ ਸਾਰਾ ਕੁਛ ਇਹ ਪੇਸ਼ ਜਿਹੜਾ ਉਹ ਕੀਤਾ ਆ। ਕੌਣ ਸਰਕਾਰ ਚਲਾਉਂਦਾ ਰਹਿ ਗਿਆ, ਕੌਣ ਸੀਗਾ ਅਸਲੀ ਰਾਸ਼ਟਰਪਤੀ, ਇਹ ਜਿਹੜੀਆਂ ਹੁਣ ਨਵੇਂ ਖੁਲਾਸੇ ਆਉਣ ਵਾਲੇ ਆ। ਸੋ ਅਮਰੀਕਾ ਦੇ ਵਿੱਚ ਪੋਲੀਟੀਕਲ ਸਟਾਰਮ ਆਉਣ ਵਾਲਾ ਆ। ਸੋ ਕੁਝ ਵੀ ਆ, ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਹੋਣੀ ਵਾਪਸ ਆਉਂਦੇ, ਫਿਰ ਦੇਖਿਓ ਨਜ਼ਾਰੇ ਲੈਂਦੇ ਕਿ ਨਹੀਂ। ਉਹਨਾਂ ਨੇ ਉੱਥੇ ਸ਼ੁਰੂ ਕਰ ਦੇਣਾ, ਮੈਨੂੰ ਨਹੀਂ ਲੱਗਦਾ ਇੰਤਜ਼ਾਰ ਕਰਨਗੇ ਅਮਰੀਕਾ ਆਉਣ ਦੇ। ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਉੱਧਰ ਬਿਜ਼ਨਸ ਦੀ ਡੀਲ ਬਣਾਈ ਜਾਂਦੇ ਆ। ਸਾਊਦੀ ਅਰੇਬੀਆ 'ਚ ਪਹਿਲਾਂ ਤੁਹਾਡੇ ਨਾਲ ਸਵੇਰੇ ਸਾਂਝ ਕੀਤਾ ਸੀ ਆਪਾਂ
ਵੀ $1.2 ਟ੍ਰਿਲੀਅਨ ਦੀ ਜਿਹੜੀ ਕਮਿਟਮੈਂਟ ਕਰਾਈ ਆ ਉਹਨਾਂ ਤੋਂ, ਜਹਾਜ਼ ਵੀ ਲਏ ਆ, ਕਾਫੀ ਮਿਲਟਰੀ ਦਾ ਸਮਾਨ ਵੀ ਲਿਆ। ਉਸ ਤੋਂ ਬਾਅਦ ਉਹ ਪਹੁੰਚੇ ਹੈਗੇ ਆ ਓਮਾਨ ਦੇ ਵਿੱਚ ਵੀ। ਹੁਣ ਜਿਹੜੀ ਦੋਹਾ ਦੇ ਵਿੱਚ ਕਤਰ 에ਅਰਵੇਜ਼, ਉਹ ਕਹਿੰਦੇ 160 ਜੈਟ ਲਾਈਨਰਸ ਪਲੱਸ ਮੇਬੀ 50 ਹੋਰ ਖਰੀਦਣ ਜਾ ਰਹੇ ਆ ਕਤਰ 에ਅਰਵੇਜ਼ ਵਾਲੇ। ਸੋ $96 ਬਿਲੀਅਨ ਦਾ ਇਹ ਜਿਹੜਾ GE ਏਰੋਸਪੇਸ ਦੇ ਨਾਲ ਕੰਟਰੈਕਟ ਹੋਇਆ ਆ। ਬੋਇੰਗ ਦੇ 787 ਪਲਾਨ। ਬੋਇੰਗ ਦੀ ਸਿਚੁਏਸ਼ਨ ਕਾਫੀ ਬੈਡ ਚੱਲ ਰਹੀ ਸੀ ਪਿਛਲੇ ਕਾਫੀ ਸਾਲਾਂ ਤੋਂ, ਜਦੋਂ ਤੋਂ ਕੁਝ ਕੁ ਜਹਾਜ਼ ਜਿਹੜੇ ਆ ਉਹਨਾਂ 'ਚ ਟੈਕਨੀਕਲ ਪ੍ਰੋਬਲਮ ਆਈ ਸੀ। ਇੱਕ ਸ਼ਾਇਦ ਕ੍ਰੈਸ਼ ਵੀ ਹੋਇਆ ਸੀ, ਤੇ ਹੁਣ ਇਹਦੇ ਨਾਲ ਜਿਹੜਾ ਬੰਪ ਆ ਉਹ ਕਾਫੀ ਜ਼ਿਆਦਾ ਜਿਹੜਾ ਬੋਇੰਗ ਕੰਪਨੀ ਨੂੰ ਮਿਲੂਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਤੋਂ ਜਿਹੜੀ ਇਹ ਖਬਰ ਆ ਰਹੀ ਆ, ਇੱਥੋਂ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹ ਸਟੇਟ ਦੇ ਪੇਰੋਲ ਦੇ ਐਕਸਪੈਂਸਿਸ ਆ ਉਹਨਾਂ ਵਿੱਚ ਕੱਟ ਡਾਊਨ ਕਰ ਸਕਦੇ ਆ। ਉਹ ਕਹਿੰਦੇ ਵੀ 700 ਤੇ $67 ਮਿਲੀਅਨ ਉਸ ਦੀ ਕਟੌਤੀ ਕਰਨਾ ਚਾਹੁੰਦੇ ਆ ਸੈਲਰੀਜ਼ ਤੇ ਵੇਜਸ ਦੇ ਵਿੱਚ। ਕੈਲੀਫੋਰਨੀਆ ਦਾ ਜਿਹੜਾ ਡੈਫਿਸਿਟ ਆ ਬਜਟ ਦਾ, ਉਹ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਆ। ਅੱਜ ਉਹਨਾਂ ਦੇ ਦੁਆਰਾ ਇੱਕ ਰਿਵਾਈਜ਼ਡ ਬਜਟ ਆ ਉਹ ਰਿਲੀਜ਼ ਕੀਤਾ ਗਿਆ ਆ, ਤੇ ਇਹਦੇ ਵਿੱਚ ਜਿਹੜੇ ਨਿਊਸਮ ਦਾ ਐਡਮਿਨਿਸਟ੍ਰੇਸ਼ਨ ਆ ਉਹ ਇਹ ਉਮੀਦ ਲਾ ਰਿਹਾ ਆ ਵੀ ਜਿਹੜੀਆਂ ਸੇਵਿੰਗਸ ਦਾ ਟਾਰਗੇਟ ਆ ਉਹ ਨੈਗੋਸ਼ੀਏਸ਼ਨ ਕਰਕੇ 21 ਜਿਹੜੇ ਯੂਨਿਟਸ ਨੇ ਵੱਖ-ਵੱਖ ਸੂਬੇ ਦੇ, ਉਹਨਾਂ ਦੇ ਨਾਲ ਜਿਹੜਾ ਉਹ ਹੋਊਗਾ। ਕਹਿੰਦੇ ਵੀ ਜੇ ਐਗਰੀਮੈਂਟ ਰੀਚ ਨਹੀਂ ਹੁੰਦਾ ਤੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇੱਕ ਤਰਫਾ ਜਿਹੜੀਆਂ ਰਿਡਕਸ਼ਨਸ ਆ ਉਸ ਨੂੰ ਲਗਾਇਆ ਜਾ ਸਕਦਾ ਹੈਗਾ ਆ। ਇਹ ਨਹੀਂ ਦੱਸਿਆ ਵੀ ਕਿਹਦੀ ਕਿੰਨੀ ਜਿਹੜੀ ਉਹ ਕੀਤੀ ਜਿਹੜੀ ਉਹ ਜਾਊਗੀ, ਪਰ ਇਹ ਆ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਡੋਜ ਦੇ ਆਧਾਰ ਦੇ ਉੱਤੇ ਜਿੱਦਾਂ ਫੈਡਰਲ ਲੋਕਾਂ ਦੀਆਂ ਨੌਕਰੀਆਂ ਕੱਟ ਹੋਈਆਂ ਸੀ, ਉਸੇ ਆਧਾਰ ਦੇ ਉੱਤੇ ਹੁਣ ਜਿਹੜੇ ਉੱਥੇ ਉਹਨਾਂ ਨੇ ਜਿਹੜੀ ਇਨਕਮ ਸੀਗੀ ਜਾਂ ਸੈਲਰੀਜ਼ ਆ ਉਹਦੇ ਵਿੱਚ ਕਟੌਤੀ ਕਰਨ ਦੀ ਚਰਚਾ ਚੱਲੀ ਸੀ। ਹੁਣ ਉਸੇ ਤਰੀਕੇ ਨਾਲ ਕੈਲੀਫੋਰਨੀਆ ਦੇ ਜਿਹੜੇ ਸਟੇਟ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਸੈਲਰੀਜ਼ ਤੇ ਵੇਜਸ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਆ। 2020 ਦੇ ਵਿੱਚ ਸਟੇਟ ਵਰਕਰਸ ਨੇ ਪਹਿਲਾਂ ਵੀ ਇੱਕ ਵਾਰੀ ਕਟੌਤੀ ਆ ਉਸ ਨੂੰ ਅਪਣਾਇਆ ਸੀਗਾ, ਉਹਨਾਂ ਨੇ ਓਕੇ ਜਿਹੜੀ ਉਹ ਕੀਤੀ ਸੀ। ਨਿਊਸਮ ਦੇ ਐਡਮਿਨਿਸਟ੍ਰੇਸ਼ਨ ਨੇ ਉਸ ਟਾਈਮ ਦੇ ਉੱਤੇ ਵੀ ਨੈਗੋਸ਼ੀਏਸ਼ਨ ਕੀਤੀ ਸੀ। ਸੋ ਕਹਿੰਦੇ ਵੀ ਮੋਸਟਲੀ ਮੰਥਲੀ ਪੇ 9.23% ਜਿਹੜੀ ਆ ਉਹ ਕਟੌਤੀ ਕੀਤੀ ਗਈ ਸੀ। ਮਹੀਨੇ ਦੇ 2 ਦਿਨ ਜਿੰਨੀ ਕਹਿੰਦੇ ਆ ਵੀ ਉਹ ਆਫ ਮਿਲਦੇ ਸੀਗੇ, ਤੇ ਫਿਰ ਉਹਦੇ ਬਦਲੇ ਉਹਨਾਂ ਨੂੰ ਇਹ ਤਨਖਾਹ ਜਿਹੜੀ ਉਸ ਦੇ ਵਿੱਚ ਕਟੌਤੀ ਕੀਤੀ ਗਈ ਸੀਗੀ। ਸੋ ਇਸ ਸਾਲ ਜਿਹੜੀਆਂ ਸੈਲਰੀ ਦੀਆਂ ਸੇਵਿੰਗਸ ਆ ਉਹ ਅਗਲੇ ਤੋਂ ਅਗਲੇ ਮਹੀਨੇ ਜੁਲਾਈ ਮਹੀਨੇ ਦੇ ਵਿੱਚ ਸ਼ੁਰੂ ਕੀਤੀਆਂ ਜਾ ਸਕਦੀਆਂ ਆ। ਸੋ ਆਪਾਂ ਸਵੇਰੇ ਵੀ ਚਰਚਾ ਕੀਤੀ ਸੀ ਵੀ ਜਿਹੜੇ ਨਿਊਸਮ ਹੋਣੀ ਆ ਉਹ ਸੈਂਟਰਿਸਟ ਅਪਰੋਚ ਵੱਲ ਨੂੰ ਜਿਹੜਾ ਆ ਲਗਾਤਾਰ ਆਪਣੇ ਪੈਰ ਵਧਾ ਰਹੇ ਆ, ਵੀ 2028 ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਲਈ ਆਪਣੇ ਆਪ ਨੂੰ ਸੰਭਾਵੀ ਰੂਪ 'ਚ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਹਾਲ ਦੀ ਘੜੀ ਜਿਹੜੇ ਯੂਨੀਅਨ ਲੀਡਰਸ ਆ ਉਹਨਾਂ ਨੇ ਇਹਨਾਂ ਪ੍ਰਪੋਜ਼ਡ ਕੱਟਸ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ ਨਾ ਹੀ ਜਿਹੜੀ ਉਹ ਕਹਿ ਲਓ ਵੀ ਕਰ ਦਿੱਤੀ ਆ, ਪਰ ਬਜਟ ਦੀ ਰਿਐਲਿਟੀ ਕੁਝ ਹੋਰ ਆ। ਕੈਲੀਫੋਰਨੀਆ ਲਗਾਤਾਰ ਘਾਟੇ ਦਾ ਬਜਟ ਜਿਹੜਾ ਉਹ ਪੇਸ਼ ਕਰ ਰਿਹਾ ਹੈ, ਤੇ ਉਸ ਦੀ ਪੂਰਤੀ ਕਰਨ ਲਈ ਜਿਹੜੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਆ। ਜੀ, ਸੋ ਇਸੇ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੇ ਉੱਤੇ ਵੀ ਜਿਹੜੀ ਹੈਲਥ ਕੇਅਰ ਬੈਨੀਫਿਟਸ ਆ ਉਹ ਕੱਟ ਕਰਨ ਜਾ ਰਹੇ ਆ, ਕਿਉਂਕਿ ਫੈਡਰਲ ਗਵਰਨਮੈਂਟ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਵੀ ਜਿਹੜੇ ਫੈਡਰਲ ਮਨੀ ਦਿੱਤਾ ਗਿਆ ਸੀ ਉਹ ਇਲੀਗਲ ਲੋਕਾਂ ਨੂੰ ਹੈਲਥ ਬੈਨੀਫਿਟਸ ਦੇ ਲਈ ਗੈਬਨ ਨਿਊਸਮ ਦੀ ਸਰਕਾਰ ਨੇ ਯੂਜ਼ ਕੀਤਾ ਹੈਗਾ। ਤੇ ਦੂਸਰੇ ਪਾਸੇ ਜਿਹੜੇ ਸਟੇਟ ਵਰਕਰਸ ਆ, ਹੁਣ ਦੇਖੋ ਉਹਨਾਂ ਦੀ ਤਨਖਾਹ ਕੱਟ ਦੀ ਵੀ ਗੱਲ ਕਰਤੀ ਆ, ਪਰ ਸਟੇਟ ਵਰਕਰਸ ਨੇ ਬਹੁਤ ਸਾਰੇ ਜਿਹੜੇ ਬਿਲ ਬੋਰਡਸ ਆ ਉਹ ਸੈਕਰਾਮੈਂਟੋ ਦੇ ਆਲੇ ਦੁਆਲੇ ਲਾਏ ਹੋਏ ਆ। ਉਹ ਬਿਲ ਬੋਰਡਸ ਦੇ ਉੱਤੇ ਜਿਹੜੇ ਉਹਨਾਂ ਨੇ ਡਿਜੀਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਯੂਜ਼ ਕਰ ਰਹੇ ਆ ਤੇ ਸ਼ੋਅ ਕਰ ਰਿਹਾ ਵੀ ਦੇਖੋ ਆ ਜਿਹੜੇ ਤੁਸੀਂ ਟ੍ਰੈਫਿਕ 'ਚ ਫਸੇ ਹੋਏ ਆ ਨਾ, ਇਹਦਾ ਜਿਹੜਾ ਕਾਰਨ ਉਹ ਗੈਬਨ ਨਿਊਸਮ ਆ, ਕਿਉਂਕਿ ਅਸੀਂ ਘਰਾਂ ਤੋਂ ਬੜੇ ਵਧੀਆ ਕੰਮ ਕਰਦੇ ਸੀ ਤੇ ਜਿਹੜਾ ਗਵਰਨਰ ਆ ਉਹਨੇ ਕਿਹਾ ਹੁਣ ਇੱਥੇ ਆਫਿਸ 'ਚ ਆ ਕੇ ਕੰਮ ਕਰੋ। ਇਹਦੇ ਨਾਲ ਜਿਹੜਾ ਟ੍ਰੈਫਿਕ ਆ ਉਹ ਹੁਣ ਸੈਕਰਾਮੈਂਟੋ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਹੈਗਾ। ਸੋ ਲੋਕ ਨਾਲੇ ਕਹਿੰਦੇ ਵੀ ਖੜੇ ਹੁੰਦੇ ਆ ਟ੍ਰੈਫਿਕ ਜ਼ਿਆਦੇ, ਤੇ ਨਾਲੇ ਉਹ ਜਿਹੜੇ ਬਿਲ ਬੋਰਡ ਆ ਉਹ ਦੇਖਦੇ ਹੈਗੇ ਆ ਜਿਹਦੇ ਵਿੱਚ ਗੈਬਨ ਨਿਊਸਮ ਦੀ ਪਿਕਚਰ ਉਹ ਬਾਰ-ਬਾਰ ਦਿਖਾਲਦੇ ਆ। ਉਹਦੇ ਤੇ ਲਿਖਿਆ ਆਉਂਦਾ ਵੀ ਨਿਊਸਮ ਹੈਜ਼ ਮੈਂਡੇਟਡ ਮੋਰ ਟ੍ਰੈਫਿਕ, ਤੇ ਨਾਲ ਉਹਦੀ ਜਿਹੜੀ ਫੋਟੋ ਗੈਬਨ ਨਿਊਸਮ ਦੀ ਆਪਣੇ ਗਵਰਨਰ ਦੀ ਸ਼ੋਅ ਕੀਤੀ ਜਾਂਦੀ ਆ। ਜੀ।
ਤੇ ਅਗਲੀ ਅਗਲੀ ਖਬਰ ਬੜੀ ਇੱਕ ਰੌਚਕ ਖਬਰ ਆ ਰਾਜਕਵੀਰ ਸਿੰਘ ਜੀ, ਵੀ ਬੰਦਾ ਸੋਚ ਸਕਦਾ ਵੀ ਇੱਕ ਡੋਰ ਡੈਸ਼ ਦਾ ਜਿਹੜਾ ਡਰਾਈਵਰ ਆ ਉਹ ਮਿਲੀਨੀਅਰ ਵੀ ਬਣ ਸਕਦਾ ਆ। ਇਹ 4 ਜਣੇ ਬਣੇ ਆ ਤੇ ਚਾਰੇ ਭਾਰਤੀ ਮੂਲ ਦੇ ਆ। ਡੋਰ ਡੈਸ਼ ਦੇ ਡਰਾਈਵਰ ਨੇ ਕੰਪਨੀ ਨੂੰ ਇਦਾਂ ਚੀਟ ਕੀਤਾ ਵੀ ਨਾ ਤਾਂ ਕਸਟਮਰ ਹੁੰਦਾ ਸੀ ਤੇ ਨਾ ਹੀ ਕੋਈ ਡਿਲੀਵਰ ਕਰਨ ਵਾਲਾ ਹੁੰਦਾ ਸੀ, ਪਰ ਉਹਨਾਂ ਦੇ ਕੰਪਿਊਟਰ 'ਚ ਹੀ ਕਰੀ ਜਾਂਦੇ ਸੀ ਸਾਰਾ ਕੁਝ। ਤੇ ਉਧਰੋਂ ਬੱਲੇ ਜਿਹੜੇ ਇਹਨਾਂ ਨੇ ਪੈਸੇ ਜਿਹੜੇ ਆ ਇਕੱਠੇ ਕਰ ਲਏ ਹੈਗੇ ਆ। ਇਹ ਸਦਰਨ ਕੈਲੀਫੋਰਨੀਆ ਦੇ ਰਹਿਣ ਵਾਲੇ ਨਿਊਪੋਰਟ ਬੀਚ ਦਾ ਬੰਦਾ ਸਾਈ ਚਤਨਿਆ ਰੈਡੀ ਦੇਵਗਰੀ 30 ਸਾਲਾਂ ਦਾ, ਤੇ ਉਸਨੇ ਐਡਮਿਟ ਕੀਤਾ ਆ। ਤੇ ਉਹਦੇ ਨਾਲ 3 ਹੋਰ ਭਾਰਤੀ ਮੂਲ ਦੇ ਬੰਦੇ ਸੀ, ਜਿਨ੍ਹਾਂ ਦਾ ਨਾਮ ਮਾਨਸਵੀ ਮੰਦਾਪੂ 29 ਸਾਲਾਂ ਦਾ, ਮੈਥਿਊ ਡੁਆਰਟੇ 29 ਦਾ, ਹਰੀ ਬਸਮੀਐਨ 30 ਦੀ। ਤੇ ਇੱਕ ਇਹ ਜਿਹੜੇ ਸਾਰੇ ਸੀ, ਇਹਨਾਂ ਨੇ ਸਮਹਾਉ ਐਕਸੈਸ ਲੈ ਲਿਆ ਉਹਨਾਂ ਦੇ ਕੰਪਿਊਟਰ ਦਾ, ਤੇ ਬਸ ਫਿਰ ਇਹਨਾਂ ਨੇ ਉੱਥੇ ਰਗੜਾ ਜਿਹੜਾ ਸੋਹਣਾ ਦਿੱਤਾ ਉਹਨਾਂ ਨੂੰ। ਜੀ ਤੇ ਹੁਣ ਕਹਿੰਦੇ ਵੀ ਨਾ ਤਾਂ ਕਸਟਮਰ ਹੁੰਦਾ ਸੀ, ਉਹਨਾਂ ਦੇ ਅਕਾਊਂਟ ਚੋਰੀ ਕਰਕੇ ਸ਼ੋਅ ਇਦਾਂ ਕਰ ਦੇਣਾ ਵੀ ਡਿਲੀਵਰੀ ਹੋ ਗਈ ਆ, ਨਾ ਕੋਈ ਡਿਲੀਵਰੀ ਹੋਣੀ ਨਾ ਕੁਛ ਹੋਣਾ। ਸੋ $2.5 ਮਿਲੀਅਨ ਦਾ ਜਿਹੜਾ ਫਰਾਡ ਆ ਇਹਨਾਂ ਨੇ ਜਿਹੜਾ ਡੋਰ ਡੈਸ਼ ਕੰਪਨੀ ਦੇ ਨਾਲ ਕੀਤਾ, ਨਵੰਬਰ 2020 ਤੋਂ ਲੈ ਕੇ ਫਰਵਰੀ 2021 ਤਾਈਂ, ਉਸ ਟਾਈਮ ਦੇ ਉੱਤੇ ਕਰੋਨਾ ਦੇ ਦੌਰਾਨ। ਤੇ ਹੁਣ ਉਹਨਾਂ ਨੂੰ 20 ਸਾਲਾਂ ਦੀ ਸਜ਼ਾ ਤੇ $2.5 ਲੱਖ ਤੱਕ ਦਾ ਜਿਹੜਾ ਫਾਈਨ ਹੋ ਸਕਦਾ ਆ। ਸਤੰਬਰ 16 ਨੂੰ ਉਹਨਾਂ ਦੀ ਜਿਹੜੀ ਹੁਣ ਪੇਸ਼ੀ ਹੋਊਗੀ ਕੋਰਟ ਦੇ ਵਿੱਚ। ਜੀ ਦੇਖ ਲਓ ਹਰਜੋਤ ਸਿੰਘ ਜੀ, ਵੀ ਇਹ ਤਾਂ ਸੁਣਿਆ ਸੀਗਾ ਵੀ ਕਿਸੇ ਨੇ ਰੋਟੀ ਮੰਗਾਈ ਤੇ ਉਹਦੇ ਚੋਂ 2 ਨਗਟ ਖਾ ਲਏ, ਵੀ ਪੀਜ਼ੇ ਦਾ ਪੀਸ ਖਾ ਲਿਆ। ਇਹ ਬੰਦੇ $2.5 ਮਿਲੀਅਨ ਦਾ ਚੂਨਾ ਹੀ ਲਾ ਗਏ ਆ, ਵੀ ਇੰਨੀ ਕਿਹੜੀ ਰੋਟੀ ਜਿਹੜੀ ਉਹ ਲੋਕਾਂ ਨੂੰ ਖਵਾਤੀ ਛਕਾਤੀ ਤੇ ਉਹ ਕਰ ਗਏ ਆ। ਸੋ ਕੈਲੀਫੋਰਨੀਆ ਦੇ ਇਹਨਾਂ ਬੰਦਿਆਂ ਨੇ ਆਪਣੀ ਜਿਹੜਾ ਹਰਜੋਤ ਸਿੰਘ ਜੀ ਦੋਸ਼ ਆ ਉਹਨਾਂ ਨੂੰ ਕਬੂਲ ਲਿਆ, ਐਡਮਿਟ ਕਰ ਲਿਆ ਆ ਵੀ ਅਸੀਂ $2.5 ਮਿਲੀਅਨ ਦੇ ਜਿਹੜੇ ਫੇਕ ਡੋਰ ਡੈਸ਼ ਡਿਲੀਵਰੀ ਦੀ ਜਿਹੜੀ ਸਕੀਮ ਆ ਉਹ ਬਣਾਈ ਸੀ। ਇਹ 2020 ਤੋਂ 2021 ਦੇ ਵਿੱਚ ਜਿਹੜਾ ਦੇਵਾਗਰੀ ਆ, ਜਿਹਨਾਂ ਨਾਮ ਤੁਸੀਂ ਦੱਸਿਆ ਸਾਈ ਦੇਵਾਗਰੀ, 30 ਸਾਲਾਂ ਦਾ, ਨਿਊਪੋਰਟ ਦਾ ਜਿਹੜਾ ਰੈਜ਼ੀਡੈਂਟ ਆ, ਉਹਨੇ ਇਸ ਕਾਂਡ ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ। ਡੋਰਡੈਸ਼ ਵਾਲੇ ਕਹਿੰਦੇ ਆ ਵੀ ਸਾਨੂੰ ਇਸ ਸਕੀਮ ਦਾ 2021 ਦੇ ਵਿੱਚ ਪਤਾ ਲੱਗ ਗਿਆ ਸੀਗਾ, ਤੇ ਫਿਰ ਫੈਡਰਲ ਲਾ ਐਨਫੋਰਸਮੈਂਟ ਦੇ ਹਵਾਲੇ ਜਿਹੜੇ ਫਰਾਡਸਟਰਸ ਆ ਤੇ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ। ਤੇ ਹੁਣ ਹਰਜੋਤ ਸਿੰਘ ਜੀ, ਜੇ ਇਹਨਾਂ ਦੇ ਵਿੱਚੋਂ ਕੋਈ ਹੋਇਆ ਇਮੀਗ੍ਰੈਂਟ, ਜੋ ਕਿ ਮੋਸਟ ਪ੍ਰੋਬਬਲੀ ਉਹਨਾਂ ਚੋਂ ਹੀ ਜਿਹੜੇ ਉਹ ਹੈਗੇ ਆ, ਜਿਹਦੇ ਨਾਂ ਤੋਂ ਪਤਾ ਲੱਗਦਾ ਹੀ ਆ, ਚਾਹੇ ਗ੍ਰੀਨ ਕਾਰਡ ਹੋਲਡਰ ਵੀ ਹੋਏ। ਹਾਂ, ਇਹਨਾਂ ਨੇ ਅਗਲਿਆਂ ਨੇ ਕਹਿਣਾ ਵੀ ਚੱਲ ਆ ਤੁਹਾਡੀ ਡੋਰ ਡੈਸ਼ ਹੁਣ ਅਸੀਂ ਤੁਹਾਡੇ ਆਪਣੇ ਵਾਪਸ ਮੁਲਕ ਦੇ ਵਿੱਚ ਕਰ ਦਿੰਨੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਮੈਡੀਕੇਡ ਦਾ ਜਿਹੜਾ ਰੌਲਾ ਆ, ਮੈਡੀਕੇਡ ਦੇ ਕੱਟਸ ਦਾ ਰੌਲਾ ਆ, ਉਹ ਕਾਫੀ ਜ਼ਿਆਦਾ ਇਸ ਟਾਈਮ ਵੱਡਾ ਮੁੱਦਾ ਆ ਉਹ ਬਣ ਚੁੱਕਾ ਆ। ਕੈਂਟਕੀ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ, ਮੈਡੀਕੇਡ ਦੇ ਕੱਟਸ ਦੇ ਨਾਲ, ਉਹਨਾਂ ਦੇ ਜਿਹੜੇ ਸੂਬੇ ਦੇ ਵਿੱਚ ਜਿਹੜੀਆਂ ਫੈਮਲੀਜ਼ ਆ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਊਗਾ, ਉਹ ਹਰਟ ਕਰਨਗੇ। ਤੇ ਕਹਿੰਦੇ ਵੀ GOP ਨੂੰ ਪੋਲੀਟੀਕਲੀ ਵੀ ਇਸ ਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈਗਾ ਆ। ਸੋ ਹਾਊਸ ਦੇ ਜਿਹੜੇ ਸਪੀਕਰ ਆ, ਹਾਊਸ ਦੇ ਦੁਆਰਾ ਇਸ ਨੂੰ ਜਿਹੜਾ ਉਹ ਅੱਗੇ ਲਿਆਂਦਾ ਗਿਆ ਆ, ਤੇ ਇਸ ਦੇ ਉੱਤੇ ਰਾਏ ਵੀ ਜਿਹੜੀ ਉਹ ਥੋੜੀ ਬਹੁਤੀ ਬਣ ਰਹੀ ਆ, ਪਰ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਇਸ ਦਾ ਵਿਰੋਧ ਵੀ ਜਿਹੜਾ ਹੋਇਆ ਆ। ਹਾਊਸ ਦੇ ਰਿਪਬਲਿਕਨਸ ਨੇ hundreds of billions of dollars ਦੀ ਜਿਹੜੀ ਕੱਟਸ ਆ ਉਸ ਦੀ ਮੰਗ ਕੀਤੀ ਆ। ਉਹਨਾਂ ਦੇ ਵਿੱਚ ਮੈਡੀਕੇਡ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗਣ ਜਾ ਰਹੀ ਆ। ਸੋ ਜਿਹੜੇ ਰਿਪਬਲਿਕਨ ਜਿਹੜੇ ਗਵਰਨਰ ਨੇ ਕੈਂਟਕੀ ਦੇ, ਉਹ ਕਹਿੰਦੇ ਨੇ ਵੀ ਭਾਈ ਇਹਦੇ ਨਾਲ ਮਿਲੀਅਨਸ ਆਫ ਜਿਹੜੇ ਅਮਰੀਕਨਸ ਆ, ਲੋਕ ਆ, ਉਹਨਾਂ ਨੂੰ ਹੈਲਥ ਕੇਅਰ ਦਾ ਐਕਸੈਸ ਆ ਉਸ ਤੋਂ ਉਹ ਵਾਂਝੇ ਰਹਿ ਜਾਣਗੇ। ਕਹਿੰਦੇ ਲੋ ਤੇ ਮਿਡਲ ਕਲਾਸ ਹਾਊਸ ਹੋਲਡਸ ਦੇ ਲਈ ਮੈਡੀਕੇਡ ਖਾਸ ਤੌਰ ਦੇ ਉੱਤੇ ਜਿਹੜਾ ਉਹ ਵਰਤਿਆ ਜਾਂਦਾ ਆ ਉਹਨਾਂ ਪਰਿਵਾਰਾਂ ਦੇ ਦੁਆਰਾ। ਤੇ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਬਜਟ ਆਫਿਸ ਐਸਟੀਮੇਟ ਕਰਦਾ ਆ ਵੀ ਜੇ ਇਹ ਬਜਟ ਕੱਟ ਜਿੱਦਾਂ ਇਹ ਦੱਸਿਆ ਜਾ ਰਿਹਾ ਵੀ ਉਦਾਂ ਹੀ ਹੁੰਦੇ ਆ, ਤਾਂ 8.6 ਮਿਲੀਅਨ ਲੋਕਾਂ ਦੀ ਜਿਹੜੀ ਕਵਰੇਜ ਆ, ਹੈਲਥ ਇੰਸ਼ੋਰੈਂਸ ਆ, ਉਹ 2034 ਤੱਕ ਉਸ ਨੂੰ ਉਹ ਲੂਜ਼ ਕਰ ਜਾਣਗੇ। 23 ਡੈਮੋਕ੍ਰੇਟ ਗਵਰਨਰਸ ਆ, ਉਹਨਾਂ ਨੇ ਇੱਕ ਸਟੇਟਮੈਂਟ ਦੇ ਉੱਤੇ ਸਾਈਨ ਕਰਦੇ ਹੋਏ ਇਹ ਆਖਿਆ ਆ ਵੀ ਜਿਹੜੇ ਰਿਪਬਲਿਕਨਸ ਦੇ ਇਹ ਪ੍ਰਪੋਜ਼ਡ ਕੱਟਸ ਆ ਇਹ ਬਹੁਤ ਜ਼ਿਆਦਾ ਡਿਜ਼ਾਸਟਰਸ ਹੋਣਗੇ, ਇਸ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਗੇ, ਤੇ ਅਫੋਰਡੇਬਲ ਹੈਲਥ ਕੇਅਰ ਪਰਿਵਾਰਾਂ ਦੇ ਲਈ, ਖਾਸ ਕਰਕੇ ਜਿਹੜੇ ਰੂਰਲ ਹਸਪੀਟਲਸ ਆ ਉਹਨਾਂ ਨੂੰ ਬੰਦ ਕਰਨਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈ। ਤੇ ਕਹਿੰਦੇ ਵੀ ਇੱਕ ਫਿਸਕਲ ਕੇਓਸ ਅਕ੍ਰੋਸ ਦਾ ਕੰਟਰੀ ਇਸ ਕਰਕੇ ਜਿਹੜਾ ਉਹ ਹੋਊਗਾ। ਸੋ ਐਂਡੀ ਬਿਸ਼ਾਰਡ ਜਿਹੜੇ ਕੈਂਟਕੀ ਦੇ ਗਵਰਨਰ ਆ,
ਉਹਨਾਂ ਨੇ ਵਰਲਡ ਇਕਨੋਮਿਕ ਸਮਿਟ ਦੇ ਵਿੱਚ ਗੱਲਬਾਤ ਜਿਹੜੀ ਉਹ ਪਹਿਲਾਂ ਵੀ ਜਦੋਂ ਕੀਤੀ ਸੀ, ਤੇ ਉਸ ਉੱਤੇ ਇਹਨਾਂ ਨੇ ਇੰਟਰਵਿਊ NPR ਦੇ ਨਾਲ ਕਰਦੇ ਹੋਏ ਜਿਹੜਾ ਕਿਹਾ ਆ ਵੀ ਇਹ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਆ। ਸੋ ਕੈਲੀਫੋਰਨੀਆ ਦੇ ਗਵਰਨਰ ਪਹਿਲਾਂ ਤਾਂ ਪੈਸੇ ਵੰਡ ਰਹੇ ਸੀ ਦਵਾ ਦਵ ਧੜਾ ਧੜ, ਜਦੋਂ ਇੰਨਾ 100 ਮਿਲੀਅਨ ਤੋਂ ਵੱਧ ਜਿਹੜਾ ਸਰਪਲਸ ਬਜਟ ਸੀਗਾ COVID ਦੇ ਬਿਲੀਅਨ ਦੌਰਾਨ, ਹਰਜੋਤ ਜੀ, ਬਿਲੀਅਨ ਬਿਲੀਅਨ 100 ਬਿਲੀਅਨ ਤੋਂ ਵੱਧ। ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਹਰ ਜਿਹੜਾ ਪ੍ਰੋਗਰਾਮ ਲੋਕਾਂ ਨੇ ਇੰਨੇ ਸਾਲ ਲੜ ਕੇ ਜਿਹੜੇ ਸ਼ੁਰੂ ਕੀਤੇ ਸੀ ਉਹਨਾਂ ਦੇ ਕੱਟ ਹੋ ਰਹੇ ਆ। 4 ਸਾਲ ਪਹਿਲਾਂ ਇੱਕ ਲਾ ਪਾਸ ਹੋਇਆ ਸੀ ਵੀ ਕੈਲੀਫੋਰਨੀਆ ਦੇ ਹਾਈ ਸਕੂਲਾਂ ਦੇ ਵਿੱਚ ਐਥਨਿਕ ਸਟੱਡੀਜ਼ ਨੂੰ ਟੀਚ ਕੀਤਾ ਜਾਊਗਾ। ਉਹ ਰਿਕੁਆਇਰਮੈਂਟ ਹੋਊਗੀ ਗ੍ਰੈਜੂਏਸ਼ਨ ਲਈ, ਜੋ ਕਿ ਬਹੁਤ ਵਧੀਆ ਸੀ, ਕਿਉਂਕਿ ਵੱਖ-ਵੱਖ ਕੌਮਾਂ, ਵੱਖ-ਵੱਖ ਕਮਿਊਨਿਟੀਆਂ ਕੈਲੀਫੋਰਨੀਆ 'ਚ ਹੈਗੀਆਂ, ਤਾਂ ਕਿ ਹੋਰ ਬੱਚਿਆਂ ਨੂੰ ਬਾਕੀ ਦੇ ਲੋਕਾਂ ਦੇ ਕਲਚਰ ਬਾਰੇ, ਉਹਨਾਂ ਦੀ ਹਿਸਟਰੀ ਬਾਰੇ ਪਤਾ ਲੱਗੇ। ਹੁਣ ਕੈਲੀਫੋਰਨੀਆ ਦਾ ਗਵਰਨਰ ਕਹਿੰਦਾ ਵੀ ਸਾਡੇ ਕੋਲ ਫੰਡਿੰਗ ਹੈ ਨਹੀਂ, ਉਹਦੇ ਲਈ ਫੰਡਿੰਗ ਘੱਟ ਆ। ਹੁਣ ਉਹਨੇ ਕਹਿ ਦਿੱਤਾ ਸਕੂਲ ਡਿਸਟ੍ਰਿਕਟ ਨੂੰ ਵੀ ਜੇ ਤੁਹਾਡੇ ਕੋਲ ਪੈਸੇ ਹੈਗੇ ਤਾਂ ਤੁਹਾਡੀ ਮਰਜ਼ੀ ਆ, ਇਹਨੂੰ ਲਾਓ ਐਥਨਿਕ ਸਟੱਡੀ ਨੂੰ, ਨਹੀਂ ਤਾਂ ਇਹਨੂੰ ਨਾ ਲਾਓ। 4 ਸਾਲ ਪਹਿਲਾਂ ਇਹ ਜਿਹੜਾ ਲਾ ਪਾਸ ਹੋਇਆ ਸੀ, ਤੇ ਇਸ ਫਾਲ ਦੇ ਵਿੱਚ ਇਹ ਜਿਹੜੀਆਂ ਕਲਾਸਿਸ ਆ ਇਹ ਸ਼ੁਰੂ ਹੋਣੀਆਂ ਸੀਗੀਆਂ। 5.8 ਮਿਲੀਅਨ ਸਟੂਡੈਂਟਸ ਨੇ ਇਹ ਜਿਹੜਾ ਸਟੱਡੀਜ਼ ਆ ਇਹ ਤੋਂ ਫਾਇਦਾ ਲੈਣਾ ਸੀ। ਉਹਨਾਂ ਨੂੰ ਬਾਕੀ ਵੱਖ-ਵੱਖ ਲੋਕਾਂ ਦੇ ਬਾਰੇ ਜਿਹੜਾ ਪਤਾ ਲੱਗਣਾ ਸੀ, ਉਨੀ ਜਿਹੜੀ ਰੇਸ਼ੀਅਲ ਜਿਹੜੀ ਡਿਸਕ੍ਰਿਮੀਨੇਸ਼ਨ ਘਟਣੀ ਸੀ, ਹੇਟ ਘਟਣੀ ਸੀ, ਤਾਂ ਕਿ ਇੱਕ ਦੂਜੇ ਦੇ ਬਾਰੇ ਪਤਾ ਚੱਲ ਸਕੇ। ਤੇ ਹੁਣ ਜੇ ਕਿਸੇ ਤਰ੍ਹਾਂ ਦੀ ਫੰਡਿੰਗ ਨਾ ਮਿਲੀ, 1600 ਦੇ ਕਰੀਬ ਸਕੂਲ ਆ। ਹੁਣ ਦੇਖੋ ਆਪਣੇ ਮਰਜ਼ੀ ਦੇ ਉੱਤੇ ਉਹ ਸਕੂਲ ਕਿੰਨੇ ਕੁ ਜਿਹੜੇ ਆ ਉਹ ਇਸ ਪ੍ਰੋਗਰਾਮ ਨੂੰ ਚਾਲੂ ਕਰਨਗੇ। ਜੀ, ਇਹਦੇ ਵਿੱਚ ਇੱਕ ਐਂਗਲ ਇਹ ਵੀ ਆ ਹਰਜੋਤ ਸਿੰਘ ਜੀ, ਵੀ ਫੈਡਰਲ ਸਰਕਾਰ ਨੇ ਜਿੱਦਾਂ ਇੰਡੀਆਨਾ ਦੇ ਵਿੱਚ ਵੀ ਇਸ ਚੀਜ਼ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਵੀ ਇਹ ਸਭ ਕੁਝ ਤੁਹਾਡਾ DEI ਜਿੱਦਾਂ ਕਹਿ ਲਓ, ਵੀ ਉਸ ਦੇ ਉਲਟ ਆਪਾਂ ਨੂੰ ਪਤਾ ਹੀ ਆ ਵੀ ਇਹ ਚੱਲਦਾ ਆ। ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਕੰਟੈਸ਼ੀਅਸ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਆ, ਤੇ ਉਹ ਕਹਿ ਹੀ ਰਹੇ ਆ, ਕਹਿੰਦੇ ਵੀ ਜੇ ਫੈਡਰਲ ਫੰਡਿੰਗ ਲੈਣੀ ਆ ਤਾਂ ਇਹ ਪੜਾਉਣਾ ਬੰਦ ਕਰੋ। ਇੱਕ ਐਂਗਲ ਕੈਲੀਫੋਰਨੀਆ ਦੇ ਵਿੱਚ ਹੋਰ ਵੀ ਆ। ਆਪਾਂ ਦੇਖਿਆ ਸੀ ਰੀਸੈਂਟਲੀ ਐਥਨਿਕ ਸਟੱਡੀਜ਼ ਨੂੰ ਲੈ ਕੇ ਹਿੰਦੂ ਅਮਰੀਕਨ ਫਾਊਂਡੇਸ਼ਨ ਬਹੁਤ ਉਲਟ ਜਿਹੜੀ ਆ ਉਹ ਇਸ ਹਿਸਾਬ ਦੇ ਨਾਲ ਬੋਲ ਰਹੀ ਸੀ, ਹਾਂ ਵੀ ਇਹਦੇ ਵਿੱਚ ਸਿੱਖਾਂ ਬਾਰੇ ਨਾ ਦੱਸੋ, ਇੰਡੀਅਨ ਕਹਿ ਕੇ ਜਿਹੜਾ ਇਸ ਚੀਜ਼ ਨੂੰ ਜਿਹੜਾ ਉਹ ਕਹਿੰਦੇ ਵੀ ਸਿੱਖਾਂ ਜਾਂ ਹੋਰ ਕਿਸੇ ਬਾਰੇ ਨਹੀਂ, ਸਾਰੇ ਜਿਹੜੇ ਵੀ ਆ ਸਿਰਫ ਇੰਡੀਅਨ ਹੀ ਕਹੋ ਉਹਨਾਂ ਨੂੰ, ਤੇ ਹਾਂ ਉਹਨਾਂ ਨੂੰ ਇੰਡੀਅਨ ਹੀ ਕਹੋ। ਹੁਣ ਸਿੱਖ ਤਾਂ ਬਹੁਤ ਹੋਰ ਮੁਲਕਾਂ ਤੋਂ ਆਏ ਹੋ ਹੈਗੇ ਆ ਜਿਹੜੇ ਇੰਡੀਅਨ ਜੰਮੇ ਵੀ ਨਹੀਂ ਹੈਗੇ। ਵੱਖਰਾ ਧਰਮ ਆ, ਵੱਖਰੀ ਕੌਮ ਆ, ਵੱਖਰਾ ਨੇਸ਼ਨ ਆ। ਸੋ ਉਹਦੇ ਬਾਰੇ ਦੱਸਣਾ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਉਹ ਹੈਗਾ ਆ। ਸੋ ਉਹ ਇੱਕ ਡਿਫਰੈਂਟ ਸਟੋਰੀ ਜਿਹੜੀ ਨਾਲ ਚੱਲ ਰਹੀ ਆ, ਪਰ ਗਵਰਨਰ ਨਿਊਸਮ ਦੇ ਦੁਆਰਾ ਇਸ ਤਰੀਕੇ ਦੇ ਨਾਲ ਹੁਣ ਐਥਨਿਕ ਸਟੱਡੀਜ਼ ਦੇ ਉੱਤੇ ਤਲਵਾਰ ਜਿਹੜੀ ਉਹ ਇਸ ਟਾਈਮ ਡਿੱਗ ਰਹੀ ਆ। ਹੁਣ ਇਹੀ ਹੋ ਸਕਦਾ ਹੈ ਹਰਜੋਤ ਸਿੰਘ ਜੀ, ਵੀ ਆਪੋ ਆਪਣੇ ਸਕੂਲ ਜਿੱਥੇ ਆਲਰੇਡੀ ਚੱਲਦੇ ਆ, ਉਹਨਾਂ ਸਕੂਲ ਦੇ ਜਿਹੜੇ ਸੁਪਰਵਾਈਜ਼ਰਸ ਹੁੰਦੇ ਆ, ਸਕੂਲ ਦੇ ਜਿਹੜੇ ਯੂਨੀਫਾਈਡ ਸਕੂਲ ਡਿਸਟ੍ਰਿਕਟਸ ਦੇ ਚੁਣੇ ਗਏ ਨੁਮਾਇੰਦੇ ਹੁੰਦੇ ਆ, ਉਹਨਾਂ ਦੇ ਨਾਲ ਸੰਪਰਕ ਕਰੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਤਾਂ ਜੋ ਐਟਲੀਸਟ ਉਹਨਾਂ ਇਲਾਕਿਆਂ ਦੇ ਵਿੱਚ ਤਾਂ ਇਹ ਜਿਹੜੀ ਐਥਨਿਕ ਸਟੱਡੀਜ਼ ਦੇ ਜਿਹੜੇ ਕੋਰਸ ਆ ਉਹ ਚਾਲੂ ਰੱਖੇ ਜਾ ਸਕਣ। ਤੇ ਇੱਕ ਇਕਨੋਮੀ ਦੀ ਜੇ ਗੱਲ ਕਰਦੇ ਜਾਈਏ, ਜਿੱਦਣ ਹੀ 2-3 ਦਿਨ ਹੋ ਗਏ ਆ ਹੁਣ ਜਿਹੜਾ US ਦਾ ਤੇ ਚਾਈਨਾ ਦਾ ਟੈਰਿਫ ਨੂੰ ਲੈ ਕੇ ਸਿਗਨੇਚਰ ਹੋ ਗਏ ਆ ਤੇ ਟੈਰਿਫ ਘਟਾ ਦਿੱਤੇ ਗਏ ਆ। ਤੇ 2 ਦਿਨਾਂ ਦੇ ਵਿੱਚ ਕਹਿੰਦੇ ਵੀ US ਤੇ ਚਾਈਨਾ ਦੇ ਜਿਹੜੇ ਕੰਟੇਨਰ ਬੁਕਿੰਗ ਆ 277% ਇਨਕਰੀਜ਼ ਹੋਈ ਆ, 277%। ਸੋ ਪਿਛਲੇ ਕੁਝ ਮਹੀਨਿਆਂ ਤੋਂ ਸਾਰੇ ਚੁੱਪੇ ਬੈਠੇ ਸੀ ਵੀ ਭਾਈ ਜੇ ਇੰਨੇ % ਇਨਕਰੀਜ਼ ਹੋ ਗਈ ਤਾਂ ਇੱਥੇ ਫਾਇਦਾ ਕੋਈ ਨਹੀਂ ਹੋਣਾ। ਸੋ ਇਹ ਜ਼ਰੂਰ ਫਾਇਦਾ ਹੋਇਆ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕੁਝ ਵੀਕਾਂ ਜਿਹੜੇ ਟਰੱਕਰਸ ਆ ਉਹਨਾਂ ਲਈ ਸ਼ਾਇਦ ਗੁੱਡ ਖਬਰ ਹੋਵੇ, ਜ਼ਿਆਦਾ ਜਿਹੜੇ ਕੰਟੇਨਰਸ ਆ ਉਹ ਆਣਗੇ। ਬਿਲਕੁਲ ਜੀ, ਇਹ ਤਾਂ ਜਿਹੜੀ ਚੰਗੀ ਗੱਲ ਆ। ਜਿਹੜੇ ਟਰੱਕਾਂ ਦੇ ਟਾਇਰ ਚੱਕੇ ਘੁੰਮਣਗੇ ਤਾਂ ਇਕਨੋਮੀ ਜਿਹੜੀ ਉਹਦੇ ਨਾਲ ਘੁੰਮਦੀ ਆ। ਸੋ ਜੇ ਰੁਕਦੇ ਆ ਤਾਂ ਇਕਨੋਮੀ ਰੁਕਦੀ ਆ। ਸੋ ਉਹ ਚੱਕੇ ਜਿਹੜੇ ਕਹਿੰਦੇ ਆ ਵੀ ਘੁੰਮਦੇ ਰਹਿਣੇ ਚਾਹੀਦੇ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਇੱਕ ਹੋਰ ਹੀ ਆਪਾਂ ਨੂੰ ਪਤਾ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਜਿਹੜਾ ਰੌਲਾ ਆ ਉਹ ਇਸ ਮੌਕੇ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈਗਾ ਆ। ਮਈ ਦੇ ਮਹੀਨੇ ਦੇ ਵਿੱਚ ਇਹ ਜਿਹੜੀ ਚਰਚਾ ਆ, ਉਹਨਾਂ ਨੇ ਜਿਹੜੇ ਇਸ ਦੇ ਉੱਤੇ ਆਰਗੂਮੈਂਟਸ ਆ ਉਹ ਲੈਣੇ ਜਿਹੜੇ ਉਹ ਲੈਣੇ ਨੇ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਇੱਕ ਫਰਿੰਜ ਥਿਊਰੀ ਹੁੰਦੀ ਸੀ ਬਰਥ ਰਾਈਟ ਸਿਟੀਜ਼ਨਸ਼ਿਪ ਦੀ, ਪਰ ਇਹ ਹੁਣ ਸਪੌਟਲਾਈਟ ਦੇ ਵਿੱਚ ਆ ਚੁੱਕੀ ਆ। ਇਸ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਉਹ ਰੌਸ਼ਨੀ ਜਿਹੜੀ ਉਹ ਪਈ। ਅਪ੍ਰੈਲ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਲਿਆ ਸੀਗਾ ਵੀ ਅਸੀਂ ਜਿਹੜਾ ਇਸ ਦੇ ਉੱਤੇ ਸੁਣਵਾਈ ਜਿਹੜੀ ਉਹ ਜਲਦ ਲਵਾਂਗੇ। ਕਹਿੰਦੇ ਵੀ ਟਰੰਪ ਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਉਹ ਖਾਸੇ ਹੈਪੀ ਨੇ ਵੀ ਸਿਟੀਜ਼ਨਸ਼ਿਪ ਦਾ ਇਸ਼ੂ ਜਿਹੜਾ ਆ ਉਹ ਹੁਣ ਸੁਪਰੀਮ ਕੋਰਟ ਲੈਣ ਜਾ ਰਿਹਾ ਆ। ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ
ਕਹਿੰਦੇ ਵੀ ਇਹ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਇਸ਼ੂ ਹੈ ਬੜਾ ਮਿਸ ਅੰਡਰਸਟੂਡ ਆ। ਸੋ ਕਹਿੰਦੇ ਵੀ ਇਸ ਦੇ ਉੱਤੇ ਕਲੈਰਿਟੀ ਜਿਹੜਾ ਸੁਪਰੀਮ ਕੋਰਟ ਆ ਉਹ ਆਪਾਂ ਨੂੰ ਦੇਵੇਗਾ। ਸੋ ਇਹ ਹੁਣ ਦੇਖਦੇ ਆ ਕੀ ਹੁੰਦੇ ਆ। ਮੁਲਕ ਦੇ ਜਿਹੜੇ ਸਕਾਲਰਸ ਆ, ਕੌਂਸਟੀਟਿਊਸ਼ਨ ਨੂੰ ਸਮਝਣ ਵਾਲੇ ਆ, ਉਸ ਦੇ ਪੱਖ ਦੇ ਵਿੱਚ ਉਸ ਦੇ ਉਲਟ ਵਾਲੇ ਹੁਣ ਬਹੁਤ ਸਾਰੇ ਜਿਹੜੇ ਆਰਗੂਮੈਂਟਸ ਆ ਉਹ ਹੋਣਗੇ ਤੇ ਇਵੈਂਚੁਅਲੀ ਜਿਹੜਾ ਇਹ ਸੁਪਰੀਮ ਕੋਰਟ ਹੁਣ ਨਿਰਣਾ ਲਊਗਾ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਰਹਿਣੀ ਚਾਹੀਦੀ ਆ, ਇਹ ਕੀ ਵਾਕਿਆ ਸੰਵਿਧਾਨਿਕ ਅਧਿਕਾਰ ਹੈਗਾ ਆ ਜਾਂ ਨਹੀਂ ਹੈਗਾ। ਇਸ ਉੱਤੇ ਜਲਦੀ ਜਿਹੜਾ ਉਹ ਫੈਸਲਾ ਆਊਗਾ। ਪਰ ਇਹ ਆ ਵੀ ਜਿਹੜੇ ਵੀ ਇਹ ਥਿਊਰੀ ਤੇ ਜਾਂ ਇਸ਼ੂ ਦੇ ਉੱਤੇ ਗੱਲ ਕਰਦੇ ਆ, ਹੋਵੇ ਨਾ ਹੋਵੇ ਉਸ ਨੂੰ ਸੁਪਰੀਮ ਕੋਰਟ ਤੱਕ ਜਿਹੜਾ ਉਹ ਜ਼ਰੂਰ ਲੈ ਕੇ ਜਿਹੜੇ ਜਾਣਗੇ। ਇਸ ਹਫਤੇ ਦੇ ਵਿੱਚ ਜਿਹੜੇ ਓਰਲ ਆਰਗੂਮੈਂਟਸ ਆ, ਜ਼ੁਬਾਨੀ ਜਿਹੜੇ ਆ ਉਸ ਦੇ ਹੱਕ ਦੇ ਵਿੱਚ ਤੇ ਉਸ ਦੇ ਉਲਟ ਦੇ ਵਿੱਚ ਜਿਹੜੇ ਆਰਗੂਮੈਂਟਸ ਆ ਉਹ ਜਸਟਿਸ ਦੇ ਦੁਆਰਾ ਜਿਹੜੇ ਉਹ ਸੁਣੇ ਜਾਣਗੇ। ਸੋ ਨੇਸ਼ਨ ਵਾਈਡ ਜਿਹੜੀਆਂ ਇੰਜੰਕਸ਼ਨਸ ਆ ਜਾਂ ਟੈਂਪਰੇਰੀ ਪੌਜ਼ਸ ਆ, ਇਹ ਫੈਡਰਲ ਜੱਜਸ ਦੇ ਕੋਲ ਅਧਿਕਾਰ ਹੈਗੇ ਆ ਨਹੀਂ ਹੈਗੇ ਆ, ਉਹ ਵੀ ਜਿਹੜੇ ਇਸ ਦੇ ਵਿੱਚ ਨਾਲ ਫੈਸਲਾ ਜਿਹੜਾ ਸੁਪਰੀਮ ਕੋਰਟ ਆ ਉਹ ਕਰ ਸਕਦਾ ਹੈਗਾ ਆ ਜੀ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤਾਂ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 5 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 41 ਪੈਸੇ ਜੀ। ਤੇ ਮਾਰਕੀਟ ਅੱਜ 99 ਪੁਆਇੰਟ ਘਟ ਕੇ 42,051 ਤੇ ਬੰਦ ਹੋਈ। S&P 6 ਪੁਆਇੰਟ ਵੱਧ ਕੇ 5893, ਨੈਸਡੈਕ 137 ਪੁਆਇੰਟ ਵੱਧ ਕੇ 19,147 ਤੇ ਸੋਨੇ ਦਾ ਭਾਅ $3190 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। 10 ਈਅਰ ਯੀਲਡ 4.53%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 1,03,771 ਤੇ ਇਥੀਰੀਅਮ 2600 ਤੇ $35 ਦੇ ਬਰਾਬਰ ਚੱਲ ਰਿਹਾ ਹੈਗਾ ਜੀ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਭਾਈ ਅਵਤਾਰ ਸਿੰਘ ਜਿਹੜੇ ਜਰਨਲਿਸਟ ਹੈਗੇ ਆ, ਉਹਨਾਂ ਦੀ ਜਿਹੜੀ ਬੁੱਕ ਆ ਉਹ ਬਹੁਤ ਸਾਰੇ ਲੋਕਾਂ ਨੇ ਮੰਗਾਈ ਵੀ ਆ, ਸਾਡੇ ਸਟੂਡੀਓਜ਼ 'ਚ ਆ ਕੇ ਚੱਕੀ ਵੀ ਹੈਗੀ ਸਾਰਿਆਂ ਨੇ। ਸੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਪ੍ਰਾਪਤ ਕੀਤੀ ਤੇ ਤੁਸੀਂ ਕਾਲ ਕਰਕੇ 408-272-5200 ਜਾਂ 408-722-7698 ਤੇ ਕਾਲ ਕਰਕੇ ਮੰਗਵਾ ਵੀ ਸਕਦੇ ਹੋ ਤੇ ਬੁੱਕ ਦਿਖਾ ਵੀ ਦਿਓ ਜੇ ਤੁਹਾਡੇ ਕੋਲ ਪਈ ਆ ਰਾਜਕਨਵੀਰ ਸਿੰਘ ਜੀ। ਤੇ ਸਿੱਖ ਕੌਮਵਾਦ ਦਾ ਸੰਕਲਪ ਬਹੁਤ ਹੀ ਵਧੀਆ ਬੁੱਕ ਹੈਗੀ ਆ। ਤੇ ਸਿੱਖ ਇੱਕ ਵੱਖਰੀ ਕੌਮ ਆ, ਨਾ ਅਸੀਂ ਹਿੰਦੂ ਆ ਨਾ ਮੁਸਲਮਾਨ ਆ। ਬੜੀ ਹੀ ਰਿਸਰਚ ਦੇ ਨਾਲ ਉਹਨਾਂ ਨੇ ਜਿਹੜੀ ਬੁੱਕ ਆ ਇਹ ਲਿਖੀ ਹੈਗੀ ਆ। ਸਾਰਿਆਂ ਨੂੰ ਇਹ ਬੁੱਕ ਪੜ੍ਹਨੀ ਚਾਹੀਦੀ ਹੈਗੀ ਆ। ਤੇ ਨਾਲ ਦੀ ਨਾਲ ਜਾਂਦੇ ਜਾਂਦੇ ਜਿਹੜਾ 7 ਜੂਨ ਨੂੰ ਨਗਰ ਕੀਰਤਨ ਪਾਤਸ਼ਾਹੀ ਰੈਲੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸਮੂਹ ਜਿਹੜੇ ਸ਼ਹੀਦ 1984 ਤੇ ਉਸ ਤੋਂ ਬਾਅਦ ਦੇ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਪਾਤਸ਼ਾਹੀ ਰੈਲੀ ਨਗਰ ਕੀਰਤਨ ਆ ਉਹ ਹੋਣ ਜਾ ਰਿਹਾ। 2nd ਸਟਰੀਟ 88 ਤੇ 88 2nd ਸਟਰੀਟ ਤੋਂ ਜਿਹੜਾ ਨਗਰ ਕੀਰਤਨ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਇਹ ਜਾਵੇਗਾ। 7 ਜੂਨ ਦਿਨ ਹੈਗਾ ਜੀ ਸ਼ਨੀਚਰਵਾਰ, ਸਵੇਰੇ 10 ਵਜੇ ਇਸ ਪਾਤਸ਼ਾਹੀ ਰੈਲੀ ਨਗਰ ਕੀਰਤਨ ਦੀ ਜਿਹੜੀ ਆ ਉਹ ਸ਼ੁਰੂਆਤ ਹੋਣੀ ਆ ਤੇ ਬਾਅਦ ਦੇ ਵਿੱਚ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਪਹੁੰਚਣਾ ਹੈ, ਜਿਸ ਤੋਂ ਬਾਅਦ ਦੇ ਵਿੱਚ ਪੰਥਕ ਤਕਰੀਰਾਂ ਜਿਹੜੀਆਂ ਆ ਉਹ ਉੱਥੇ ਹੋਣਗੀਆਂ ਆਪਣੇ ਵੱਖਰੇ ਮੁਲਕ ਨੂੰ ਜਿਹੜਾ ਉਹ ਲੈ ਕੇ। ਸੋ ਉੱਥੇ ਸਾਰਿਆਂ ਨੇ ਹੁਮਾ ਕੇ ਪਹੁੰਚਣਾ ਹੈ। ਬਰੈਡਸ਼ਾਹ ਗੁਰੂ ਘਰ ਤੋਂ 5 ਬੱਸਾਂ, ਸਟਾਕਟਨ ਗੁਰੂ ਘਰ ਤੋਂ ਕਈ ਬੱਸਾਂ ਦਾ ਆਲਰੇਡੀ ਐਲਾਨ ਹੋ ਚੁੱਕਾ ਆ। ਬਾਕੀ ਜਿਹੜੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਉਹ ਉੱਥੇ ਜਾਣਾ ਚਾਹੁੰਦੇ ਆ, ਆਪੋ ਆਪਣੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਨਾਲ ਸੰਪਰਕ ਕਰੋ। ਉਹਨਾਂ ਨੂੰ ਕਹੋ ਵੀ ਉੱਥੇ ਵੀ ਉਹਨਾਂ ਵੀ ਗੁਰੂ ਘਰਾਂ ਤੋਂ ਜਿਹੜੀਆਂ ਬੱਸਾਂ ਆ ਉਹਨਾਂ ਦਾ ਇੰਤਜ਼ਾਮ ਜਿਹੜਾ ਉਹ ਜ਼ਰੂਰ ਕੀਤਾ ਜਾਵੇ। ਸੋ ਦਿਨ ਥੋੜੇ ਰਹਿ ਗਏ ਆ ਹਰਜੋਤ ਸਿੰਘ ਜੀ, ਤਕਰੀਬਨ 3 ਵੀਕ ਦਾ ਜਿਹੜਾ ਵਕਤ ਇਸ ਦੇ ਵਿੱਚ ਰਹਿ ਗਿਆ ਆ। ਸੋ ਪੂਰਾ ਜ਼ੋਰ ਲਾ ਕੇ ਇਸ ਰੈਲੀ ਦੇ ਵਿੱਚ ਜਿਹੜੀ ਉਹ ਹੁਮਾ ਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇ ਜੀ। ਨਗਰ ਕੀਰਤਨ ਨਾਲ ਦੀ ਨਾਲ ਤੇ ਸਭ ਤੋਂ ਇਹ ਵੀ ਵਧੀਆ ਚੀਜ਼ ਆ ਵੀ ਬਹੁਤ ਸਾਰੇ ਜਿਹੜੇ ਖਾਲਸਾ ਸਕੂਲ ਆ ਉਹਨਾਂ ਦੇ ਬੱਚੇ ਇਸ ਵਾਰੀ ਪਾਰਟਿਸਿਪੇਟ ਕਰ ਰਹੇ ਆ, ਕਿਉਂਕਿ ਪ੍ਰੋਗਰਾਮ ਸ਼ਨੀਚਰਵਾਰ ਨੂੰ ਆ। ਅੱਗੇ ਕਈ ਵਾਰੀ ਸੰਡੇ ਨੂੰ ਹੁੰਦਾ ਸੀ ਤਾਂ ਫਿਰ ਸੰਡੇ ਨੂੰ ਆਪਣੇ ਆਪਣੇ ਗੁਰੂ ਘਰਾਂ 'ਚ ਪ੍ਰੋਗਰਾਮ ਹੁੰਦੇ ਸੀ, ਤਾਂ ਕਰਕੇ ਕਈ ਵਾਰੀ ਸੰਗਤਾਂ ਉੱਥੇ ਸਟਕ ਹੋ ਜਾਂਦੀਆਂ ਸੀ। ਸੋ ਸ਼ਨੀਚਰਵਾਰ ਨੂੰ ਪ੍ਰੋਗਰਾਮ ਆ। ਸੋ ਜੇ ਹੋਰ ਵੀ ਕਿਸੇ ਗੁਰੂ ਘਰਾਂ ਤੋਂ ਬੱਸਾਂ ਵੈਨਾਂ ਜਾ ਰਹੀਆਂ ਹੈਗੀਆਂ, ਸਾਨੂੰ ਕਾਲ ਕਰਕੇ ਦੱਸ ਦਿਓ 408-722-7698 ਜਾਂ 408-272-5200 ਤੇ, ਤਾਂ ਕਿ ਆਪਾਂ ਜਿਹੜੇ ਜਿੰਨੇ ਵੀ ਸਾਡੇ ਲਿਸਨਰ ਉਹਨਾਂ ਨਾਲ ਇਹ ਖਬਰ ਸਾਂਝੀ ਕਰ ਦਾਂਗੇ। ਅੱਜ ਵੀ ਇਹਦੇ ਸੰਬੰਧ ਦੇ ਵਿੱਚ ਫਰੀਮੌਂਟ ਗੁਰੂ ਘਰ 'ਚ ਮੀਟਿੰਗ ਹੋ ਰਹੀ ਆ 7 ਵਜੇ ਸ਼ਾਮ ਨੂੰ, ਜ਼ੂਮ ਮੀਟਿੰਗ ਵੀ ਹੈਗੀ ਆ। ਸੋ ਜਿਹੜੇ ਉੱਥੇ ਜਾ ਸਕਦੇ ਆ ਉੱਥੇ ਵੀ ਕਿਸ ਤਰ੍ਹਾਂ ਪ੍ਰਬੰਧ ਕਰਨੇ ਆ, ਲੰਗਰਾਂ ਦਾ ਪ੍ਰਬੰਧ ਤੇ ਵੱਧ ਤੋਂ ਵੱਧ ਜਿਹੜੀ ਸੰਗਤ ਆ ਉੱਥੇ ਪਹੁੰਚੇ। ਸੋ ਇਹ ਇਸ ਬਾਰੇ ਸਾਰੀ ਜਿਹੜੀ ਗੱਲਬਾਤ ਹੋਊਗੀ, ਜੋ ਵੀ ਅਪਡੇਟ ਰੋਜ਼ ਹੁੰਦੀ ਰਹੂਗੀ। ਸਾਨੂੰ ਕੋਈ ਵੀ ਜਿਹੜਾ ਆਪਣਾ ਭੈਣ ਭਰਾ ਹੈਗਾ ਇਨਫੋਰਮੇਸ਼ਨ ਦਿੰਦਾ ਰਹੂਗਾ, ਉਹ ਤੁਹਾਡੇ ਨਾਲ ਆਪਾਂ ਹਰ ਰੋਜ਼ ਸਾਂਝੀ ਕਰਦੇ ਰਹਾਂਗੇ।
ਜੀ, ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ।